ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਜ਼ਮੀਨ ਦਲਿਤਾਂ ਦੀ, ਕਬਜ਼ਾ ਸਰਦਾਰਾਂ ਦਾ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਅੱਜ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਹੈ। ਜਿੱਥੇ ਸਰਕਾਰਾਂ ਵੱਲੋਂ ਡਾਕਟਰ ਅੰਬੇਦਕਰ ਨੂੰ ਯਾਦ ਕੀਤਾ ਜਾ ਰਿਹਾ ਹੈ, ਉੱਥੇ ਹੀ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਇਸ ਦਿਨ ਨੂੰ ਜਿਹੜਾ ਹੈਗਾ ਸੰਵਿਧਾਨ ਬਚਾਓ ਦਿਵਸ ਵਜੋਂ ਜਿਹੜਾ ਹੈਗਾ ਮਨਾਇਆ ਜਾ ਰਿਹਾ। ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਵੀ ਕਿ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਕੌਣ ਹਜਮ ਕਰ ਗਿਆ, ਅਸੀਂ ਇਹ ਜਾਣਨਾ ਚਾਹਾਂਗੇ ਵੀ ਕਿ ਜਿਹੜਾ ਅੱਜ ਡਾਕਟਰ ਅੰਬੇਦਕਰ ਦੇ ਜਨਮ ਦਿਹਾੜੇ 'ਤੇ ਕਿੱਥੇ ਕਿੱਥੇ ਪ੍ਰੋਗਰਾਮ ਹੋਏ ਨੇ, ਕੀ ਕੀ ਕੀਤਾ ਗਿਆ। ਦੇਖੋ, ਅੱਜ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਿਹੜਾ ਅਸੀਂ ਸਮੁੱਚਾ ਭਾਰਤ ਹੈ ਉਹ 130ਵਾਂ ਜਨਮ ਦਿਹਾੜਾ ਜਿਹੜਾ ਉਹ ਮਨਾ ਰਿਹਾ ਹੈਗਾ, ਜਿਨ੍ਹਾਂ ਨੂੰ ਅਸੀਂ ਆਰਕੀਟੈਕਟ ਆਫ ਇੰਡੀਅਨ ਕੰਸਟੀਟਿਊਸ਼ਨ ਜਾਂ ਅਸੀਂ ਫਾਦਰ ਆਫ ਕੰਸਟੀਟਿਊਸ਼ਨ ਵੀ ਆਖਦੇ ਹਾਂ। ਜਿਹੜੀ ਸਾਡੀ ਲੋਕ ਰਾਜੀ ਵਿਵਸਥਾ ਹੈ, ਜਿਹਨੂੰ ਅਸੀਂ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਤੌਰ 'ਤੇ ਪ੍ਰਚਾਰਦੇ ਹਾਂ, ਉਹ ਵੀ ਅਸਲ 'ਚ ਇਸੇ ਸੰਵਿਧਾਨ ਦੀ ਕੁੱਖ 'ਚੋਂ ਜਨਮੀ ਹੋਈ ਹੈ ਜੀ। ਦੇਖੋ, ਜਦੋਂ ਕੋਈ ਵੀ ਲੋਕ ਰਾਜੀ ਵਿਵਸਥਾ ਦੀ ਅਸੀਂ ਗੱਲ ਕਰਦੇ ਹਾਂ, ਖਾਸ ਕਰਕੇ ਸਾਡੇ ਡੈਮੋਕ੍ਰੈਟਿਕ ਸੈਟਅਪ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਇਕੱਲਾ ਇਹ ਲਾਜ਼ਮ ਨਹੀਂ ਹੁੰਦਾ, ਜਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਕੱਲਾ ਵੋਟ ਪਾਉਣਾ ਹੀ ਲੋਕ ਰਾਜ ਹੁੰਦਾ ਹੈ ਜੀ, ਬਲਕਿ ਉਸ ਲੋਕ ਰਾਜੀ ਢਾਂਚੇ ਦੇ ਜਿਹੜੇ ਅਹਿਮ ਅੰਗ ਨੇ, ਉਹ ਅੰਗ ਲੋਕਾਂ ਦੇ ਜੀਵਨ ਪੱਧਰ ਦੇ ਵਿੱਚ ਕਿੰਨੀ ਕੁ ਤਬਦੀਲੀ ਲੈ ਕੇ ਆਉਂਦੇ ਨੇ, ਖਾਸ ਤੌਰ 'ਤੇ ਇਹ ਗੱਲ ਹੈ ਜਿਹੜੀ ਮੈਟਰ ਕਰਦੀ ਹੈਗੀ ਹੈ। ਤਾਂ ਡਾਕਟਰ ਭੀਮ ਰਾਓ ਅੰਬੇਦਕਰ, ਜਿਨ੍ਹਾਂ ਨੂੰ ਅਸੀਂ ਸਿਹਰਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਭਾਰਤੀ ਸੰਵਿਧਾਨ ਤਿਆਰ ਕੀਤਾ ਜੀ, ਔਰ ਸਾਡੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਵੀ ਬਣੇ, ਤਾਂ ਜਿਸ ਟਾਈਮ ਭਾਰਤੀ ਸੰਵਿਧਾਨ ਦਾ ਡਰਾਫਟ ਤਿਆਰ ਹੋ ਰਿਹਾ ਸੀ, ਤਾਂ ਉਹਨਾਂ ਦਾ ਜਿਹੜਾ ਆਖਰੀ ਮੀਟਿੰਗ ਸੀ ਸੰਵਿਧਾਨ ਸਭਾ ਦੀ, ਉਹਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਨੇ ਸਾਡੇ ਭਾਰਤੀ ਸਿਆਸਤਦਾਨਾਂ ਨੂੰ ਖਬਰਦਾਰ ਕੀਤਾ ਸੀ ਕਿ ਜਦੋਂ ਵੀ ਸਾਡੇ ਭਾਰਤੀ ਸਿਆਸਤਦਾਨ ਜਾਂ ਸਾਡੇ ਲੋਕ ਨੇਤਾ ਆਪਣੇ ਆਪ ਨੂੰ ਸੰਵਿਧਾਨ ਤੋਂ ਉੱਪਰ ਸਮਝਣਾ ਸ਼ੁਰੂ ਕਰ ਦੇਣਗੇ, ਤਾਂ ਸਮਝ ਲਓ ਕਿ ਉਸ ਟਾਈਮ ਸਾਡੀ ਜਿਹੜੀ ਆਜ਼ਾਦੀ ਲਈ ਇੱਕ ਖਤਰਾ ਖੜਾ ਹੋ ਜਾਏਗਾ ਜੀ। ਤਾਂ ਅੱਜ ਅਸੀਂ ਇੰਨੇ ਵਰ੍ਹਿਆਂ ਬਾਅਦ, ਆਜ਼ਾਦੀ ਤੋਂ, ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇੰਨੇ ਵਰ੍ਹਿਆਂ ਬਾਅਦ ਗੱਲ ਕਰ ਰਹੇ ਹਾਂ, ਤਾਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਇਹ ਜਿਹੜੇ ਉਸ ਟਾਈਮ ਆਖਰੀ ਮੀਟਿੰਗ 'ਚ ਜਿਹੜੇ ਆਖਰੀ ਬੋਲ ਕਹੇ ਗਏ ਸੀ, ਉਹ ਅੱਜ ਸਾਨੂੰ ਸੱਚ ਜਾਪਦੇ ਨੇ। ਕਿਉਂਕਿ ਸਾਡੇ ਜਮਹੂਰੀਅਤ ਦੇ ਵਿੱਚ ਜੋ ਚੱਲ ਰਿਹਾ ਹੈ, ਜਾਂ ਸਾਡੇ ਸਿਆਸੀ ਤਾਣੇ ਬਾਣੇ ਦੇ ਵਿੱਚ ਅਸੀਂ ਜਿਹੜਾ ਕੁਛ ਦੇਖ ਰਹੇ ਹਾਂ, ਉਹਦੇ ਵਿੱਚ ਜਿਹੜੀ ਵਿਅਕਤੀ ਵਿਸ਼ੇਸ਼ ਹੈ ਉਹ ਕਾਫੀ ਉੱਪਰ ਚਲਾ ਗਿਆ ਹੈ, ਔਰ ਲੋਕ ਹੈ ਜਿਹੜੇ ਉਹ ਥੱਲੇ ਚਲੇ ਗਏ ਨੇ। ਜਦੋਂ ਅਸੀਂ ਭਾਰਤੀ ਸੰਵਿਧਾਨ ਨੂੰ ਇੱਕ ਵੱਡਾ ਖਤਰਾ ਕਹਿ ਰਹੇ ਹਾਂ, ਅੱਜ ਕਿਸਾਨ ਮਜ਼ਦੂਰ ਹੈ ਇਹਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ 'ਤੇ ਮਨਾ ਰਹੇ ਨੇ, ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਖਤਰੇ ਨੂੰ ਅਸੀਂ ਟਾਲਣਾ ਹੈ, ਤਾਂ ਉਹਦੇ ਵਿੱਚ ਲੋਕਾਂ ਦੀ ਮਜ਼ਬੂਤੀ ਦਾ ਹੋਣਾ, ਲੋਕਾਂ ਨੂੰ ਤਾਕਤਵਰ ਕਰਨਾ, ਉਹ ਵੱਡੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ, ਲੋਕਾਂ ਦਾ ਤਾਕਤਵਰ ਹੋਣਾ। ਕਿਉਂਕਿ ਵਿਧਾਨ ਪਾਲਿਕਾ, ਕਾਰਜਪਾਲਿਕਾ ਔਰ ਨਿਆਂਪਾਲਿਕਾ ਹੈ ਜਿਹੜੇ, ਉਹ ਤਿੰਨ ਅਹਿਮ ਅੰਗ ਨੇ, ਜਿਨ੍ਹਾਂ ਦੇ ਵਿੱਚ ਇੱਕ ਤਾਲਮੇਲ ਔਰ ਇੱਕ ਬੈਲੈਂਸ ਹੋਣਾ ਬੜਾ ਜ਼ਰੂਰੀ ਹੈਗੀ ਹੈ। ਹੁਣ ਸਾਨੂੰ ਇਹ ਬੈਲੈਂਸ ਵੀ ਥੋੜ੍ਹਾ ਵਿਗੜਿਆ ਹੋਇਆ ਲੱਗਦਾ ਹੈਗਾ, ਔਰ ਇਹਨਾਂ ਦੀ ਭੂਮਿਕਾ ਜਿਹੜੀ ਉਸ 'ਤੇ ਵੀ ਸਵਾਲ ਹੈ ਜਿਹੜੇ ਉੱਠਣੇ ਸ਼ੁਰੂ ਹੋ ਗਏ ਨੇ। ਖਾਸ ਕਰਕੇ ਮੌਜੂਦਾ ਜਿਹੜੀ ਭਾਜਪਾ ਸਰਕਾਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਭਾਰਤੀ ਸੰਵਿਧਾਨ ਨੂੰ ਸਭ ਤੋਂ ਵੱਡਾ ਜੇ ਖੋਰਾ ਲੱਗ ਰਿਹਾ ਹੈ, ਤਾਂ ਇਸ ਹਕੂਮਤ ਦੇ ਦੌਰਾਨ ਪਿਛਲੇ 7 ਵਰ੍ਹਿਆਂ ਦੇ ਵਿੱਚ ਲੱਗਿਆ ਹੈ। ਜਿੰਨੀਆਂ ਵੀ ਸਾਡੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ, ਚਾਹੇ ਜੁਡੀਸ਼ਰੀ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਜੁਡੀਸ਼ਰੀ 'ਤੇ ਅੱਜ ਕੁਐਸਚਨ ਕਿਉਂ ਉੱਠ ਰਿਹਾ ਹੈਗਾ, ਉਹਦੀ ਕ੍ਰੈਡੀਬਿਲਿਟੀ 'ਤੇ ਕਿਉਂ ਸਵਾਲ ਹੋ ਰਹੇ ਨੇ, ਇਹ ਵੀ ਇੱਕ ਵੱਡਾ। ਹੋਰ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਹੈਗੀਆਂ ਨੇ, ਅੱਜ ਅਸੀਂ CBI ਦੀ ਗੱਲ ਕਰਦੇ ਹਾਂ, ED ਦੀ ਗੱਲ ਕਰਦੇ ਹਾਂ, ਇਹਨਾਂ ਅਦਾਰਿਆਂ ਦੇ ਕਿਵੇਂ ਮਿਸਯੂਜ਼ ਹੈ ਜਿਹੜਾ ਵੱਧ ਗਿਆ ਹੈਗਾ। ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜਿਹੜਾ ਸਾਡੇ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਨੈਸ਼ਨਲ ਲੈਵਲ 'ਤੇ ਜਿਹੜਾ ਘੋਲ ਚੱਲ ਰਿਹਾ ਹੈ, ਤਾਂ ਉਹ ਅੱਜ ਦਿੱਲੀ ਦੀਆਂ ਜਿਹੜੀਆਂ ਸਰਹੱਦਾਂ ਨੇ, ਉੱਥੇ ਅੱਜ ਕਿਸਾਨਾਂ ਨੇ, ਮਜ਼ਦੂਰਾਂ ਨੇ ਇਸ ਦਿਵਸ ਨੂੰ, ਇਸ ਜਯੰਤੀ ਨੂੰ ਜਿਹੜੀ 130 ਸਾਲਾ ਹੈਗੀ ਹੈ, ਉਹਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈਗਾ। ਔਰ ਇੱਕ ਜਿਹੜੀ ਸਾਡੇ ਸਮਾਜ ਦੇ ਵਿੱਚ ਪੱਕੀ ਇੱਕ ਮਾਨਸਿਕਤਾ ਬਣੀ ਹੋਈ ਸੀ, ਔਰ ਡਾਕਟਰ ਅੰਬੇਦਕਰ ਕਿਉਂਕਿ ਦਲਿਤਾਂ ਦੇ ਮਸੀਹੇ ਜਾਂ ਬਹੁਜਨ ਸਮਾਜ ਦੇ ਮਸੀਹਾ ਦੇ ਤੌਰ 'ਤੇ
ਜਾਣੇ ਜਾਂਦੇ ਨੇ। ਇਹਦੇ ਵਿੱਚੋਂ ਸੁਸਾਇਟੀ ਦੇ ਬਾਕੀ ਤਬਕੇ, ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਜੱਟ ਤਬਕੇ ਨੂੰ ਇਹ ਮੰਨਿਆ ਜਾਂਦਾ ਕਿ ਇਹ ਅਲੱਗਾ ਹੈਗਾ, ਕਿ ਜੇ ਅੰਬੇਦਕਰ ਦਾ ਜਨਮ ਦਿਨ ਦਿਹਾੜਾ ਮਨਾਇਆ ਜਾਣਾ ਤਾਂ ਇਹ ਦਲਿਤ ਸਮਾਜ ਵੱਲੋਂ ਮਨਾਇਆ ਜਾਣਾ ਹੈਗਾ। ਔਰ ਇਹ ਜਿਹੜੀ ਇੱਕ ਵੱਡੀ ਇੱਕ ਮਿੱਥ ਜਿਹੜੀ ਬਣੀ ਹੋਈ ਸੀ ਉਸ ਨੂੰ ਉਹ ਵੀ ਅੱਜ ਟੁੱਟੀ ਹੈਗੀ ਹੈ, ਕਿਉਂਕਿ ਕਿਸਾਨਾਂ ਨੇ ਆਪਣੇ ਅੱਜ ਜਿੱਥੇ ਇੱਥੇ ਉਹਨਾਂ ਦੇ ਪ੍ਰੋਗਰਾਮ ਹੋਏ, ਸੰਘਰਸ਼ ਦੇ ਮੋਰਚੇ ਚੱਲ ਰਹੇ ਨੇ, ਧਰਨੇ ਮੁਜ਼ਾਹਰੇ ਚੱਲ ਰਹੇ ਨੇ, ਉੱਥੇ ਸਭ ਥਾਵਾਂ 'ਤੇ ਜਿਹੜੀ ਕਮਾਨ ਹੈ ਦਲਿਤ ਆਗੂ ਨੇ ਜਾਂ ਬਹੁਜਨ ਸਮਾਜ ਦੇ ਜਿਹੜੇ ਆਗੂ ਹੈ ਉਹਨਾਂ ਦੇ ਹਵਾਲੇ ਕੀਤੀ ਗਈ ਹੈ। ਔਰ ਦੂਜੇ ਤਬਕਿਆਂ ਵੱਲੋਂ ਜਿਹੜਾ ਇਹ ਜਨਮ ਦਿਹਾੜਾ ਮਨਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਹਿਮ ਗੱਲ ਹੈਗੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਆਤਿਸ਼ ਕਿ ਪਿਛਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਭੀਮਾ ਕੋਰੇਗਾਂਵ ਵਾਲਾ ਇਸ਼ੂ ਜਦੋਂ ਆਇਆ ਕਿ ਸਰਕਾਰ ਨੇ ਕਿਸ ਤਰ੍ਹਾਂ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉੱਥੇ ਬੈਲੈਂਸ ਕੀਤੀ, ਔਰ ਸਾਡੇ ਕਿੰਨੇ ਦਲਿਤ ਆਗੂ ਜਾਂ ਆਪਾਂ ਕਹਿ ਲਈਏ ਕਿੰਨੇ ਹੀ ਬੁੱਧੀਜੀਵੀ ਹੈ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਸਾਡੀ ਹਕੂਮਤ ਨੇ ਸੁੱਟੇ ਹੋਏ ਨੇ। ਜਾਂ ਇੱਕ ਟਾਈਮ ਤੁਹਾਡੇ ਯਾਦ ਹੋਏਗਾ ਕਿ ਜਦੋਂ SC ST ਐਕਟ ਦੇ ਵਿੱਚ ਵੀ ਅਮੈਂਡਮੈਂਟ ਕਰਨ ਦੀ ਰਾਹ ਸਰਕਾਰ ਪਈ ਸੀ, ਉਸ ਟਾਈਮ ਵੀ ਭਾਰਤ ਬੰਦ ਹੋਏ ਸੀ, ਉਸ ਟਾਈਮ ਵੀ ਸਰਕਾਰ ਨੂੰ ਮੋੜਿਆ ਗਿਆ ਸੀਗਾ। ਦੇਖੋ ਅਸੀਂ ਦਲਿਤ ਕਿਉਂ ਕਹਿੰਦੇ ਆ? ਦਲਿਤ ਕਹਿੰਦੇ ਕਿ ਜਿਨ੍ਹਾਂ ਲੋਕਾਂ ਕੋਲ ਜ਼ਮੀਨ ਨਹੀਂ ਹੈਗੀ, ਇੱਕ ਕਾਸਟਿਜ਼ਮ ਦੇ ਐਂਗਲ ਤੋਂ ਕਹਿੰਦੇ ਜਿਹੜਾ ਇੱਕ ਪੁਰਾਤਨ ਤੌਰ 'ਤੇ ਬਣਿਆ ਆ ਰਿਹਾ ਹੈਗਾ, ਜਿਹਦੇ ਕੋਲ ਜ਼ਮੀਨ ਨੂੰ ਅਸੀਂ ਉਸ ਨੂੰ ਦਲਿਤਾ ਦੇ ਨਾਮ ਨਾਲ ਸੰਬੋਧਨ ਕਰਦੇ ਹੈਗੇ ਆ। ਤਾਂ ਜਿਵੇਂ ਹੁਣ ਨਵੇਂ ਖੇਤੀ ਕਾਨੂੰਨ ਆਏ ਆ ਤਿੰਨਾਂ ਖੇਤੀ ਕਾਨੂੰਨਾਂ ਦਾ ਖਾਸਾ ਵੀ ਸਾਨੂੰ ਇਹੀ ਨਜ਼ਰ ਆ ਰਿਹਾ, ਇਹੀ ਅਸੀਂ ਕਹਿ ਰਹੇ ਹਾਂ ਕਿ ਦੇਰ ਸਵੇਰ ਇਹ ਕਾਨੂੰਨ ਹੈ ਜਿਹੜੇ ਉਹ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਖੋਹ ਲੈਣਗੇ। ਤਾਂ ਅਸੀਂ ਵੀ ਲੋਕ ਹੈ ਜਿਹੜਾ ਕਿਸਾਨ ਹੈ ਉਹ ਵੀ ਇਸੇ ਕੈਟਾਗਰੀ ਦੇ ਵਿੱਚ ਸ਼ਾਮਲ ਹੋ ਜਾਏਗਾ। ਇਸੇ ਕਰਕੇ ਸਾਡੇ ਕਿਸਾਨ ਮਜ਼ਦੂਰ ਹੈ ਜਿਹੜੇ ਉੱਥੇ ਸਿਰ ਜੋੜ ਕੇ ਅੱਜ ਸਰਹੱਦਾਂ 'ਤੇ ਬੈਠੇ ਨੇ, ਔਰ ਸਾਡੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸਮੁੱਚੇ ਸਮਾਜ ਨੂੰ, ਪੂਰੇ ਮੁਲਕ ਨੂੰ, ਕਿ ਜਿਹੜਾ ਮਜ਼ਦੂਰ ਔਰ ਕਿਸਾਨ ਹੈ ਜਿਹੜਾ ਜਾਂ ਦਲਿਤ ਹੈ ਜਾਂ ਨੌਨ ਦਲਿਤ ਹੈ, ਉਹਨਾਂ ਨੇ ਜਿਹੜੇ ਸਿਰ ਜੋੜੇ ਨੇ ਜਾਂ ਉਹਨਾਂ ਨੇ ਇੱਕ ਜੱਫੀ ਪਾਈ ਹੈ ਜਾਂ ਇੱਕ ਕੰਘੀ ਪਾਈ ਹੈਗੀ ਆਪਸ ਦੇ ਵਿੱਚ। ਤਾਂ ਇੱਕ ਮੈਨੂੰ ਇਹ ਲੱਗਦਾ ਕਿ ਵਿਚਾਰਾਂ ਦੇ ਪੱਧਰ 'ਤੇ ਚਾਹੇ ਹਜ਼ਾਰਾਂ ਸਾਲਾਂ ਤੋਂ ਬਸੀ ਹੋਈ ਇੱਕ ਜਿਹੜੀ ਕਾਸਟਿਜ਼ਮ ਦੀ ਉਹ ਨੀਂਹ ਤਾਂ ਬੜੀ ਡੂੰਘੀ ਹੈਗੀ ਆ। ਆਪਾਂ ਕਹਿ ਦਈਏ ਕਿ ਰਾਤੋਂ ਰਾਤ ਉਹ ਟੁੱਟ ਜਾਏਗੀ, ਇਹ ਤਾਂ ਨਾਮੁਮਕਿਨ ਹੈਗੀ ਹੈ, ਪਰ ਵਿਚਾਰਾਂ ਦੇ ਪੱਧਰ 'ਤੇ ਥੋੜ੍ਹਾ ਜਿਹਾ ਇੱਕ ਦੂਜੇ ਦੇ ਅਸੀਂ ਨੇੜੇ ਆਏ ਹਾਂ। ਜਿਹੜੀਆਂ ਮਿੱਥਾਂ ਹੈਗੀਆਂ ਨੇ ਉਹ ਇਸ ਕਿਸਾਨ ਕੋਲ ਨੇ, ਕਿਸਾਨ ਔਰ ਜਿਹੜੇ ਮਜ਼ਦੂਰ ਦੇ ਵਿੱਚ ਬਣੀ ਹੋਈ ਸੀ ਦੀਵਾਰ ਸੀ, ਉਸ ਨੂੰ ਥੋੜ੍ਹੀ ਜਿਹੀ ਸੰਨ ਲਾਈ ਹੈਗੀ ਹੈ, ਸਾਡੀ ਜਿਹੜੀ ਨੇੜਤਾ ਹੈ ਉਹ ਵਧੀ ਹੈਗੀ ਹੈ। ਤਾਂ ਇਹ ਇੱਕ ਚੰਗਾ ਸੁਨੇਹਾ ਵੀ ਹੈਗਾ, ਜਿੱਥੇ ਸਰਕਾਰਾਂ ਮਨਾ ਰਹੀਆਂ ਨੇ ਇਹ ਆਪਣਾ ਜਨਮ ਦਿਹਾੜਾ, ਉੱਥੇ ਸਾਡੇ ਕਿਸਾਨਾਂ ਨੇ, ਮਜ਼ਦੂਰਾਂ ਨੇ ਵੀ ਇਹ ਜਨਮ ਦਿਹਾੜਾ ਮਨਾਇਆ ਹੈ, ਕਿਉਂਕਿ ਜਿਹੜੇ ਡਾਕਟਰ ਅੰਬੇਦਕਰ ਦੀ ਜਿਹੜੀ ਸੋਚ ਸੀ, ਜਿਹੜੀਆਂ ਉਹਨਾਂ ਦੀਆਂ ਟੀਚਿੰਗ ਸੀ, ਉਹਨਾਂ ਨੂੰ ਹਕੀਕੀ ਰੂਪ ਦੇ ਵਿੱਚ ਅਮਲ 'ਚ ਲਿਆਂਦਾ ਜਾ ਸਕੇ। ਕਿਉਂਕਿ ਸਮਾਜ ਦੇ ਵਿੱਚ ਆਰਥਿਕ ਪਾੜਾ ਜਿਹੜਾ ਉਹ ਬਹੁਤ ਡੂੰਘਾ ਹੋ ਚੁੱਕਾ ਹੈ ਕਿ ਹੁਣ ਤਾਂ ਦੇਖੋ ਜਦੋਂ ਦੇ ਸਾਡਾ ਨਿੱਜੀਕਰਨ ਦਾ ਦੌਰ ਆਇਆ, ਜਿਹੜੀ ਦੌਲਤ ਹੈ ਕੁਝ ਕੁ ਹੱਥਾਂ 'ਚ ਇਕੱਠੀ ਹੋ ਗਈ ਹੈ, ਅਮੀਰ ਹੈ ਜਿਹੜਾ ਹੋਰ ਅਮੀਰ ਹੁੰਦਾ ਜਾ ਰਿਹਾ, ਜਿਹੜਾ ਗਰੀਬ ਹੈ ਉਹ ਹੋਰ ਗਰੀਬ ਹੁੰਦਾ ਜਾ ਰਿਹਾ। ਇਸ ਪਾੜੇ ਨੂੰ ਭਰਨ ਦੇ ਲਈ ਹੀ ਸਾਡੀਆਂ ਕਿਸਾਨ ਧਿਰਾਂ, ਮਜ਼ਦੂਰ ਜਾਂ ਸਮੁੱਚਾ ਸਮਾਜ ਹੈ ਜਿਹੜਾ ਉਹ ਲੱਗਿਆ ਹੋਇਆ ਹੈ। ਚਰਨਜੀਤ ਜੀ, ਤੁਸੀਂ ਗੱਲ ਕੀਤੀ ਹੈ ਆਰਥਿਕ ਪਾੜੇ ਦੀ। ਇਸ ਆਰਥਿਕ ਪਾੜੇ ਨੂੰ ਪੂਰਨ ਲਈ ਜਿਹੜਾ ਹੈਗਾ ਸਮੇਂ-ਸਮੇਂ ਦੀ ਸਰਕਾਰਾਂ ਕਈ ਤਰ੍ਹਾਂ ਦੇ ਫੈਸਲੇ ਲੈਂਦੀਆਂ ਆਈਆਂ ਨੇ, ਕਾਨੂੰਨ ਵੀ ਬਣਾਉਂਦੀਆਂ ਆਈਆਂ ਨੇ। ਅਸੀਂ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ ਇੱਕ ਲੈਂਡ ਫੀਲਿੰਗ ਐਕਟ ਬਣਾਇਆ ਸੀ, ਉਹ ਕਿੰਨਾ ਕੁ ਕਾਰਗਰ ਸਾਬਤ ਹੋਇਆ ਸੀ ਉਸ ਸਮੇਂ? ਦੇਖੋ, ਲੈਂਡ ਸੀਲਿੰਗ ਐਕਟ ਦੀ ਮੈਂ ਗੱਲ ਕਰਾਂ ਉਸ ਤੋਂ ਪਹਿਲਾਂ ਜੇ ਆਪਾਂ ਇੱਕ ਪ੍ਰਵਚਨੀ ਭਾਸ਼ਾ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ 2 ਡੰਗ ਦੀ ਰੋਟੀ ਹੈ ਜਿਹੜੀ ਉਹ ਸਾਡੀ ਜ਼ਿੰਦਗੀ ਦੀ ਲੋੜ ਹੈ। ਉਸ ਤੋਂ ਵੱਧ ਇਨਸਾਨ ਜੋ ਵੀ ਇਕੱਠਾ ਕਰਦਾ ਹੈ ਉਹਨੂੰ ਪਾਪ ਮੰਨਿਆ ਗਿਆ ਹੈਗਾ। ਇਹ ਪ੍ਰਵਚਨਾਂ ਦੇ ਵਿੱਚ ਅਸੀਂ TV ਤੇ ਵੀ ਸੁਣਦੇ ਹਾਂ, ਵੀ ਸੁਣਦੇ ਹਾਂ, ਸੰਤਾਂ ਮਹਾਤਮਾ ਤੋਂ ਵੀ ਸੁਣਦੇ ਹਾਂ। ਜੇ ਅਸੀਂ ਇਸ ਨੂੰ ਕਮਿਊਨਿਜ਼ਮ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਇੱਕ ਬੰਦੇ ਦੀ ਅਮੀਰੀ ਦੇ ਪਿੱਛੇ ਲੱਖਾਂ ਦੀ ਜਿਹੜੀ ਗਰੀਬੀ ਹੈ ਉਹ ਛੁਪੀ ਹੁੰਦੀ ਹੈ। ਮਤਲਬ ਲੋੜ ਤੋਂ ਜ਼ਿਆਦਾ ਮਾਇਆ ਇਕੱਠੀ ਕਰਨ ਨੂੰ ਅਸੀਂ ਪਾਪ ਮੰਨਦੇ ਹਾਂ। ਜਿਸ ਤਰ੍ਹਾਂ ਸਾਡਾ ਜਦੋਂ ਮੁਲਕ ਆਜ਼ਾਦ ਹੋਇਆ ਤਾਂ ਸਾਡਾ ਜਿਹੜਾ ਰਸ਼ੀਆ ਦਾ ਪ੍ਰਭਾਵ ਸਾਡੇ 'ਤੇ ਜ਼ਿਆਦਾ ਰਿਹਾ। ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਜਿਹੜਾ ਸਾਡੇ ਸਮਾਜਵਾਦ ਦਾ ਕਨਸੈਪਟ ਹੈ ਉਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਤਹਿਤ ਪਬਲਿਕ ਅਦਾਰੇ ਹੈ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਆਏ ਔਰ ਮਜ਼ਬੂਤ ਹੋਏ। ਤਾਂ ਜਿਹੜੀ ਗੱਲ ਆਪਾਂ ਲੈਂਡ ਸੀਲਿੰਗ ਐਕਟ ਦੀ ਗੱਲ ਸ਼ੁਰੂ ਕੀਤੀ ਹੈਗੀ ਹੈ ਤਾਂ ਇਹਦੇ ਵਿੱਚ ਵੀ ਆਦਿਸ਼ ਇਹੀ ਹੈਗੀ ਹੈ ਕਿ ਘੱਟੋ ਘੱਟ ਜਿੰਨਾ ਚਿਰ ਸਾਡਾ ਆਰਥਿਕ ਖੱਪਾ ਹੈ, ਜਿਹੜੀ ਇੱਕ ਡਿਸਕ੍ਰਿਮੀਨੇਸ਼ਨ ਸੋਸਾਇਟੀ 'ਚ ਕਿ ਕਿਸੇ ਕੋਲ ਤਾਂ ਬਹੁਤ ਜ਼ਿਆਦਾ ਹੈ ਅਤੇ ਕੋਈ ਆਦਮੀ ਰੋਟੀ ਨੂੰ ਤਰਸ ਰਿਹਾ ਹੈਗਾ। ਖਾਸ ਕਰਕੇ ਸਾਡੇ ਜਿਹੜੇ ਡਾਊਨ ਟਰੋਡਨ ਪੀਪਲ ਹੈ, ਜਿਹਦੇ ਵਿੱਚ ਖਾਸ ਕਰਕੇ ਦਲਿਤ ਤਬਕਾ ਆ ਜਾਂਦਾ ਹੈ, ਬਹੁਜਨ ਸਮਾਜ ਦਾ ਇੱਕ ਤਬਕਾ ਆ ਜਾਂਦਾ ਹੈ, ਕਿ ਇਸ ਪਾੜੇ ਨੂੰ ਘੱਟ ਕਿਵੇਂ ਕੀਤਾ ਜਾਵੇ। ਇਸ ਦੀ ਨਜ਼ਰ ਦੇ ਉੱਪਰ ਦੇ ਤੌਰ 'ਤੇ ਹੀ
1952-53 ਦੇ ਵਿੱਚ ਲੈਂਡ ਸੀਲਿੰਗ ਐਕਟ ਹੈ ਜਿਹੜਾ ਸਾਡੀ ਭਾਰਤ ਸਰਕਾਰ ਨੇ ਲਿਆਂਦਾ ਸੀਗਾ। ਉਹਦਾ ਮਤਲਬ ਮੋਟੇ ਤੌਰ ਤੇ ਇਹ ਸੀ ਕਿ ਜਿਨ੍ਹਾਂ ਲੋਕਾਂ ਕੋਲ 30 ਏਕੜ ਦੀ ਹੱਦ ਲਾਈ ਸੀ ਕਿ 30 ਏਕੜ ਤੋਂ ਜ਼ਿਆਦਾ ਜ਼ਮੀਨ ਹੋਏਗੀ ਉਸ ਨੂੰ ਸਰਪਲਸ ਡਿਕਲੇਅਰ ਕੀਤਾ ਜਾਏਗਾ, ਔਰ ਇਹ ਸਰਪਲਸ ਡਿਕਲੇਅਰ ਕੀਤੀ ਹੋਈ ਜਿਹੜੀ ਲੈਂਡ ਹੈਗੀ ਹੈ ਉਹ ਲੋੜਵੰਦ ਲੋਕਾਂ ਨੂੰ ਤਕਸੀਮ ਕੀਤੀ ਜਾਏਗੀ। ਇਹ ਉਸ ਟਾਈਮ ਦੀ ਗੱਲ ਹੈਗੀ ਹੈ। ਤਾਂ ਉਦੋਂ ਕਿਉਂਕਿ ਇਹ ਲੋਕਾਂ ਕੋਲੇ ਜਿਹੜੀਆਂ ਬਹੁਤ ਸਾਰੇ ਅੰਗਰੇਜ਼ਾਂ ਦਾ ਰਾਜ ਸਾਡੇ ਰਿਹਾ ਸੀ ਪਹਿਲਾਂ, ਤਾਂ ਬਹੁਤ ਸਾਰੇ ਜਿਹੜੇ ਜ਼ਗੀਰਦਾਰ ਸੀ, ਵਿਸਵੇਦਾਰ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚੋਂ ਅੰਗਰੇਜ਼ਾਂ ਕੋਲੋਂ ਜ਼ਮੀਨਾਂ ਮਿਲੀਆਂ ਹੋਈਆਂ ਸੀ, ਔਰ ਲੋਕਾਂ ਦੀ ਇੱਕ ਮੰਗ ਵੀ ਸੀ ਕਿ ਇਹ ਜ਼ਮੀਨ ਹੈ ਜਿਹੜੀ ਫਾਲਤੂ ਜ਼ਮੀਨ ਹੈ, ਵਾਧੂ ਜ਼ਮੀਨ ਹੈ, ਇਹ ਮੁਜ਼ਾਹਰਿਆਂ ਦੇ ਵਿੱਚ ਜਾਂ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਹੈਗੀ ਹੈ। ਉਹਦੀ ਨਜ਼ਰ ਨਾਲ ਹੀ ਇਹ ਐਕਟ ਹੈ ਜਿਹੜਾ ਉਦੋਂ ਹੋਂਦ ਦੇ ਵਿੱਚ ਆਇਆ ਸੀ, ਜਿਹਦੇ ਵਿੱਚ 30 ਏਕੜ ਹੱਦ ਰੱਖੀ ਗਈ ਸੀ। ਤਾਂ ਉਦੋਂ ਇੱਕ ਗੱਲ ਬੜੀ ਚਰਚਾ ਦੇ ਵਿੱਚ ਆਈ ਸੀ, ਜਿਹੜੀ ਔਨ ਰਿਕਾਰਡ ਵੀ ਹੈਗੀ ਹੈ, ਕਿ ਮੁਕਤਸਰ ਸ਼ਹਿਰ ਦੇ ਨੇੜਲੇ ਇੱਕ ਪਿੰਡ ਦਾ ਇੱਕ ਜ਼ਗੀਰਦਾਰ ਸੀ ਜਿਹਦੇ ਕੋਲੇ 1400 ਏਕੜ ਜ਼ਮੀਨ ਸੀ। ਕਿਉਂਕਿ ਉਦੋਂ ਇਹ ਵੀ ਗੱਲਾਂ ਚੱਲਦੀਆਂ ਸੀ ਕਿ ਤੁਸੀਂ ਲੈਂਡ ਸੀਲਿੰਗ ਐਕਟ ਤਾਂ ਬਣਾ ਦਿੱਤਾ ਹੈਗਾ, ਪਰ ਇਹਦੇ ਵਿੱਚ ਚੋਰ ਮੋਰੀਆਂ ਜਿਹੜੀਆਂ ਬਹੁਤ ਜ਼ਿਆਦਾ ਰੱਖ ਦਿੱਤੀਆਂ ਹੈਗੀਆਂ ਨੇ। ਤਾਂ ਉਸ ਜ਼ਗੀਰਦਾਰ ਕੋਲੇ 1400 ਏਕੜ ਜ਼ਮੀਨ ਸੀ। ਤਾਂ ਉਸਨੇ ਕੀ ਕੀਤਾ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਜ਼ਮੀਨ ਲਵਾਈ, ਆਪਣੇ ਰਿਸ਼ਤੇਦਾਰਾਂ ਦੇ ਨਾਮ 'ਤੇ ਜ਼ਮੀਨ ਲਾਈ, ਔਰ ਉਸ ਤੋਂ ਇਲਾਵਾ ਉਹਨੇ ਬਹੁਤ ਸਾਰੀ ਜ਼ਮੀਨ ਬਾਗਾਂ ਦੇ ਵਿੱਚ ਕੱਢ ਦਿੱਤੀ, ਕੁਛ ਉਹਨਾਂ ਨੇ ਸੀਡ ਫਾਰਮਾਂ ਦੇ ਵਿੱਚ ਕੱਢ ਦਿੱਤੀ। ਮਤਲਬ 1400 ਏਕੜ ਜ਼ਮੀਨ 4 ਮੈਂਬਰ ਉਹਦੇ ਪਰਿਵਾਰ ਦੇ ਸੀ, ਉਹਦੇ ਵਿੱਚੋਂ ਸਿਰਫ 90 ਏਕੜ ਜ਼ਮੀਨ ਨੂੰ ਸਰਪਲਸ ਡਿਕਲੇਅਰ ਕੀਤਾ ਜਾ ਸਕਿਆ। ਕਿਉਂਕਿ ਉਦੋਂ ਤਾਂ ਇਹ ਵੀ ਬੜੀਆਂ ਚਰਚਾਵਾਂ ਉਹਨਾਂ ਦਿਨਾਂ ਦੇ ਵਿੱਚ ਚੱਲਦੀਆਂ ਹੁੰਦੀਆਂ ਸੀ ਕਿ ਲੋਕ ਆਪਣੇ ਕੁੱਤੇ ਬਿੱਲੀਆਂ ਦੇ ਜਾਨਵਰਾਂ ਦੇ ਨਾਂ 'ਤੇ ਜ਼ਮੀਨਾਂ ਉਹਨਾਂ ਨੇ ਇੰਤਕਾਲ ਕਰਵਾ ਲਏ ਸੀਗੇ। ਤਾਂ ਫਿਰ ਉਸ ਤੋਂ ਥੋੜ੍ਹਾ ਟਾਈਮ ਬੀਤਿਆ ਤਾਂ ਫਿਰ ਇਹ ਐਕਟ ਨੂੰ ਅਮੈਂਡਮੈਂਟ ਦੇ ਵਿੱਚ ਕੀਤੀ ਗਈ 1972-73 ਦੇ ਵਿੱਚ। ਲੈਂਡ ਸੀਲਿੰਗ ਐਕਟ ਦੇ ਵਿੱਚ ਜਿਹੜੀ 30 ਏਕੜ ਦੀ ਹੱਦ ਸੀ ਉਹ ਘਟਾ ਕੇ 17.5 ਏਕੜ ਕਰ ਦਿੱਤੀ ਕਿ ਅਗਰ ਕਿਸੇ ਵੀ ਜ਼ਿਮੀਂਦਾਰ ਕੋਲ 17.5 ਏਕੜ ਤੋਂ ਜ਼ਿਆਦਾ ਲੈਂਡ ਹੈ ਉਹ ਸਰਪਲਸ ਡਿਕਲੇਅਰ ਹੋਏਗੀ। ਤਾਂ 1978 ਤੱਕ ਜਾ ਕੇ ਟੋਟਲ ਆਜ਼ਾਦੀ ਤੋਂ ਬਾਅਦ 52-53 ਤੋਂ ਲੈ ਕੇ 1978 ਤੱਕ 1,86,000 ਏਕੜ ਜਿਹੜੀ ਜ਼ਮੀਨ ਹੈ ਉਹ ਸਰਪਲਸ ਡਿਕਲੇਅਰ ਕੀਤੀ ਗਈ ਸੀਗੀ। ਤਾਂ ਉਹ ਜਿਹੜੀ ਵੰਡ ਕੀਤੀ ਗਈ, ਅੱਗੇ ਤਕਸੀਮ ਕੀਤੀ ਗਈ, ਉਹ ਸਿਰਫ 60,000 ਏਕੜ ਕੀਤੀ ਗਈ। ਸਿਰਫ 25 ਜਾਂ 26,000 ਲੋਕਾਂ ਨੂੰ ਇਹ ਜ਼ਮੀਨ ਹੈ ਜਿਹੜੀ ਲੈਂਡਲੈਸ ਪੀਪਲ ਸੀ ਉਹਨਾਂ ਨੂੰ ਮਿਲੀ ਸੀ। ਕਿਉਂਕਿ ਅਸਲ 'ਚ ਸੁਸਾਇਟੀ ਦੇ ਵਿੱਚ ਇਹ ਜਿਹੜਾ ਜ਼ਮੀਨ ਦੇ ਹੱਕਦਾਰ ਸੀ ਉਹ ਤਾਂ ਲੈਂਡਲੈਸ ਪੀਪਲ ਵੀ ਸੀਗੇ ਨਾ। ਕਿਉਂਕਿ ਨਹੀਂ, ਇਹ ਨਹੀਂ ਹੋ ਸਕਦਾ ਕਿ ਕੁਝ ਕੁ ਲੋਕ ਹੈ ਜਿਹੜੇ ਉਹੀ ਸਾਰੀ ਜ਼ਮੀਨਾਂ ਦੇ ਮਾਲਕ ਬਣ, ਸਾਰੀ ਜ਼ਮੀਨ ਤੇ ਪ੍ਰਾਪਰਟੀ ਤੇ ਉਹਨਾਂ ਦਾ ਹੀ ਦਾਅਵਾ ਹੋਵੇ। ਨੈਤਿਕ ਤੌਰ ਤੇ ਇਹ ਜ਼ਮੀਨ ਦਲਿਤ ਲੋਕਾਂ ਦੀ ਸੀ, ਇਹ ਜ਼ਮੀਨ ਹੈ ਜਿਹੜੀ ਲੈਂਡਲੈਸ ਪੀਪਲ ਸੀ ਉਹਨਾਂ ਦੀ ਸੀ, ਪਰ ਇਹਨਾਂ 'ਤੇ ਕਬਜ਼ੇ ਹੈ ਜਿਹੜੇ ਉਸ ਟਾਈਮ ਦੇ ਜ਼ਗੀਰਦਾਰਾਂ ਨੇ, ਉਸ ਟਾਈਮ ਦੇ ਸਰਦਾਰਾਂ ਨੇ, ਉਸ ਟਾਈਮ ਦੇ ਜਿਹੜੇ ਵਿਸਵੇਦਾਰ ਹੈ ਉਹਨਾਂ ਨੇ ਜਮਾਏ ਹੋਏ ਸੀ। ਤਾਂ ਉਦੋਂ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਦਾ ਕਾਫੀ ਰੌਲਾ ਪਿਆ ਸੀਗਾ, ਅਤੇ ਕਾਮਰੇਡ ਅਰਜਨ ਸਿੰਘ MLA ਹੁੰਦੇ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਮੁਕਤਸਰ ਨੇੜਲੇ ਪਿੰਡ ਦਾ ਜਿਹੜਾ ਜ਼ਗੀਰਦਾਰ ਹੈ ਕਿ ਉਸਨੇ ਰਾਤੋਂ ਰਾਤ ਤਹਿਸੀਲਦਾਰ ਨੂੰ ਆਪਣੇ ਘਰ ਬੁਲਾਇਆ ਔਰ ਯੂਪੀ ਤੋਂ ਪ੍ਰਵਾਸੀ ਮਜ਼ਦੂਰ ਬੁਲਾਏ, ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਨਾਮ 'ਤੇ ਜਿਹੜੀ ਜ਼ਮੀਨ ਕਰਾ ਦਿੱਤੀ ਗਈ। ਕਿ ਇਹ ਵੀ ਗੱਲਾਂ ਚੱਲਦੀਆਂ ਸੀ ਕਿ ਜਿਹੜੇ ਵੱਡੇ ਲੋਕ ਆ ਉਹਨਾਂ ਨੇ ਰੈਸਟ ਹਾਊਸਾਂ ਦੇ ਵਿੱਚ ਤਹਿਸੀਲਦਾਰਾਂ ਨੂੰ ਬੁਲਾ ਕੇ ਇੱਧਰ ਉੱਧਰ ਆਪਣੀ ਜ਼ਮੀਨ ਹੈ ਜਿਹੜੀ ਦੂਸਰੇ ਲੋਕਾਂ ਦੇ ਨਾਂ 'ਤੇ ਕਰਾ ਦਿੱਤੀ ਗਈ ਸੀ। ਤਾਂ ਉਸ ਟਾਈਮ ਉਸ ਘਰਾਣੇ ਦੀ ਇੱਕ ਜਿਹੜੀ ਮਹਿਲਾ ਸੀ ਉਹ ਵੀ ਵਿਧਾਇਕ ਸੀ, ਤਾਂ ਉਹਨੇ ਕਾਮਰੇਡ ਅਰਜਨ ਸਿੰਘ ਦਾ ਜਵਾਬ ਦਿੱਤਾ ਸੀ ਕਿ ਅਸੀਂ ਯੂਪੀ 'ਚੋਂ ਪ੍ਰਵਾਸੀ ਮਜ਼ਦੂਰ ਕਿਉਂ ਲੈ ਕੇ ਆਵਾਂਗੇ ਜ਼ਮੀਨ ਨਾ ਕਰਾਉਣ ਨੂੰ, ਪੰਜਾਬ 'ਚ ਹੀ ਬਹੁਤ ਨੇ। ਤਾਂ ਬੜਾ ਹਾਸੜ ਵੀ ਉਸ ਟਾਈਮ ਦੇ ਵਿੱਚ ਮਚਿਆ ਹੋਇਆ ਸੀ। ਤਾਂ ਇਹ ਉਦੋਂ ਦੀ ਗੱਲ ਚਲਦੀ 1978 ਤੋਂ ਬਾਅਦ ਅੱਜ ਵੀ ਜਿਹੜੀਆਂ ਬਹੁਤ ਸਾਰੀਆਂ ਖੇਤ ਮਜ਼ਦੂਰ ਯੂਨੀਅਨਾਂ ਹੈਗੀਆਂ ਨੇ ਉਹ ਡਿਮਾਂਡ ਕਰਦੀਆਂ ਨੇ ਕਿ ਸਰਪਲਸ ਲੈਂਡ ਹੈ ਜਿਹੜੀ ਡਿਕਲੇਅਰ ਕੀਤੀ ਜਾਵੇ, ਉਸ ਨੂੰ ਰਿਵਿਊ ਕੀਤਾ ਜਾਵੇ ਅਤੇ ਗਰੀਬ ਲੋਕਾਂ ਦੇ ਵਿੱਚ ਵੰਡਿਆ ਜਾਵੇ। ਪਰ ਸਾਡੇ ਸਿਆਸਤਦਾਨ ਹੈ ਜਿਹੜੇ ਉਹ ਭਾਰੂ ਪੈ ਗਏ ਨੇ, ਜਿਹੜੀ ਸਾਡੀ ਅੰਬੇਦਕਰ ਦੀ ਸੋਚ ਸੀ ਉਹਨਾਂ 'ਤੇ ਪਹਿਰਾ ਦੇਣ ਤੋਂ ਜਿਹੜਾ ਪਾਸਾ ਵੱਟ ਗਏ ਨੇ, ਜਿਸ ਕਰਕੇ ਸਮਾਜ ਦੇ ਵਿੱਚ ਅੱਜ ਤਰ੍ਹਾਂ ਦੀਆਂ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਨੇ, ਚਾਹੇ ਉਹ ਆਰਥਿਕ ਤੌਰ 'ਤੇ ਹੋਣ, ਚਾਹੇ ਉਹ ਸਮਾਜਿਕ ਤੌਰ 'ਤੇ ਹੋਣ। ਚਰਨਜੀਤ ਜੀ, ਸਰਕਾਰਾਂ ਅੱਜ ਦੇ ਦਿਨ ਡਾਕਟਰ ਅੰਬੇਦਕਰ ਨੂੰ ਯਾਦ ਕਰਦੀਆਂ ਨੇ ਅਤੇ ਉਹਨਾਂ ਦੇ ਦਿਖਾਏ ਰਾਹ 'ਤੇ ਚੱਲਣ ਦੀਆਂ ਵੱਡੀਆਂ ਗੱਲਾਂ ਕਰਦੀਆਂ ਨੇ, ਪਰ ਅਸੀਂ ਜਾਣਨਾ ਚਾਹਾਂਗੇ ਉਹ ਜਿਹੜੀ ਮੌਜੂਦਾ ਸਰਕਾਰਾਂ ਨੇ ਇਹ ਡਾਕਟਰ ਅੰਬੇਦਕਰ ਦੀ ਸਿੱਖਿਆਵਾਂ ਨੂੰ ਕਿੰਨਾ ਕੁ ਲਾਗੂ ਕਰ ਰਹੀਆਂ ਨੇ, ਇਹਦੇ ਨਾਲ ਹੀ ਦਲਿਤ ਸਮਾਜ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਕੀ ਕੁਝ ਜਿਹੜੇ ਹੈਗਾ ਕਰ ਰਹੀਆਂ ਨੇ ਸਰਕਾਰਾਂ? ਦੇਖੋ ਜੀ, ਇਹਨੂੰ ਆਪਾਂ ਆਪਣੇ ਪੰਜਾਬ ਦੇ 'ਚ ਦੇਖਣਾ ਹੋਵੇ ਤਾਂ ਜਿਸ ਤਰ੍ਹਾਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਐਲਾਨੀ ਹੈਗੀ ਹੈ ਕਿ ਅਸੀਂ ਬਜਟ ਦਾ ਜਿਹੜਾ 30% ਹੈ ਹਿੱਸਾ ਹੈ ਉਹ ਦਲਿਤ ਜਿਹੜਾ ਵਰਗ ਹੈਗਾ ਉਹਨਾਂ ਦੀ ਭਲਾਈ 'ਤੇ ਖਰਚ ਕਰ ਰਹੇ ਹਾਂ। ਪਰ ਪ੍ਰੈਕਟੀਕਲ ਤਸਵੀਰ ਇਹ ਹੈਗੀ ਹੈ ਕਿ ਅਸੀਂ ਇੰਨੇ ਟਾਈਮ ਤੋਂ 1952 ਤੋਂ ਲੈ ਕੇ ਅੱਜ ਤੱਕ
ਇੱਕੋ ਹੀ ਸੁਰ ਦੇ ਵਿੱਚ ਗਾ ਰਹੇ ਹੈਗੇ ਆ ਕਿ ਅਸੀਂ ਦਲਿਤ ਵਰਗ ਨੂੰ ਉੱਚਾ ਚੁੱਕਾਂਗੇ। ਹੁੰਦਾ ਕੀ ਹੈ ਕਿ ਜਿਹੜੀ ਸਾਡੀ ਸਿਆਸੀ ਜਮਾਤ ਹੈ ਉਹ ਉੱਚੀ ਚੁੱਕੀ ਜਾ ਰਹੀ ਹੈ, ਜਾਂ ਇੱਕ ਤਬਕਾ ਹੈ ਉਹ ਉੱਪਰ ਜਾ ਰਿਹਾ ਹੈ। ਜਿਹੜਾ ਗਰੀਬ ਹੈ ਉਹਦੀ ਸਥਿਤੀ ਹੈ ਜਿਹੜੀ ਅੱਜ ਵੀ ਉੱਥੇ ਰੋਜੀ ਰੋਟੀ 'ਤੇ ਅਟਕੀ ਹੋਈ ਹੈ। ਸਭ ਤੋਂ ਵੱਡਾ ਪੰਜਾਬ ਦੇ ਵਿੱਚ ਮਸਲਾ ਜਿਹੜਾ ਖੇਤ ਮਜ਼ਦੂਰਾਂ ਦਾ ਸੀ ਜਾਂ ਮਜ਼ਦੂਰਾਂ ਦਾ ਸੀ, ਜਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਕਰਜ਼ੇ ਦਾ ਹੈਗਾ, ਉਸ ਤਰ੍ਹਾਂ ਮਜ਼ਦੂਰਾਂ ਦੇ ਵਿੱਚ ਵੀ ਕਰਜ਼ੇ ਦਾ ਹੈਗਾ। ਇੱਕ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਹੈ, ਉਹਨਾਂ ਨੇ ਇੱਕ ਸਰਵੇ ਵੀ ਕੀਤਾ ਸੀ ਮਾਲਵੇ ਦੇ 6-7 ਜ਼ਿਲ੍ਹਿਆਂ ਨੂੰ ਉਧਾਰ ਬਣਾ ਕੇ। ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੇ 84% ਖੇਤ ਮਜ਼ਦੂਰ ਹੈ ਉਹ ਅੱਜ ਵੀ ਕਰਜ਼ੇ ਦੀ ਮਾਰ ਹੇਠ ਨੇ, ਜਿਹੜੇ 84% ਬਣਦੇ ਸੀਗੇ। ਤਾਂ ਉਹਨਾਂ ਨੇ ਇਹ ਗੱਲ ਆਂਕੀ ਸੀ ਕਿ ਤਕਰੀਬਨ 5500 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਖੇਤ ਮਜ਼ਦੂਰਾਂ 'ਤੇ ਹੈ। ਪਰ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਔਰ ਗਰੀਬਾਂ ਦਾ ਮਜ਼ਦੂਰਾਂ ਦਾ ਮਾਫ ਕਰਾਂਗੇ। ਪਰ ਸਵਾ 4 ਸਾਲ ਬਾਅਦ ਜਿਹੜਾ ਬਜਟ ਹੁਣ 5ਵਾਂ ਬਜਟ ਆਇਆ ਉਹਦੇ ਵਿੱਚ 523 ਕਰੋੜ ਰੱਖੇ ਗਏ ਨੇ। ਜਦੋਂ ਮਾਫ ਹੋਏਗਾ ਉਹ ਦੇਖੀ ਜਾਏਗਾ। ਇਸ ਤਰ੍ਹਾਂ 5-5 ਮਰਲੇ ਦੇ ਪਲਾਟ ਦੇਣੇ ਸੀ, ਕਿਉਂਕਿ ਗਰੀਬ ਲੋਕਾਂ ਦੀ ਰਿਹਾਇਸ਼ ਦੀ ਬੜੀ ਵੱਡੀ ਸਮੱਸਿਆ ਹੈ। ਕਿਉਂਕਿ ਜਿਹੜੇ ਲੈਂਡਲੈਸ ਪੀਪਲ ਨੇ, ਇਹ ਲੋਕ ਨੇ, ਤਾਂ ਇਹਨਾਂ ਕੋਲ ਰਹਿਣ ਵਾਸਤੇ ਅੱਜ ਤੱਕ ਕੋਈ ਜਗ੍ਹਾ ਨਹੀਂ। ਬਹੁਤੇ ਲੋਕ ਅੱਜ ਵੀ ਮੈਂ ਮਾਲਵੇ ਦੇ ਵਿੱਚ ਦੇਖਦਾ ਰਿਹਾ ਹੈਗਾ ਕਿ ਪਿੰਡਾਂ ਦੇ ਵਿੱਚ ਜਿਹੜੇ ਪਸ਼ੂਆਂ ਦੇ ਬਾੜੇ ਆ ਉਹਨਾਂ 'ਚ ਰਹਿ ਰਹੇ ਨੇ, ਕੋਈ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਰਹਿ ਰਿਹਾ, ਕੋਈ ਢਹੀ ਹੋਈ ਡਿਸਪੈਂਸਰੀ ਦੇ ਵਿੱਚ ਬੈਠਾ ਹੈ, ਉਹਨਾਂ ਕੋਲ ਆਪਣੀ ਜਗ੍ਹਾ ਨਹੀਂ। ਤਾਂ ਉਹਨਾਂ ਨੂੰ ਸਰਕਾਰਾਂ ਨੇ 1972 ਦੇ ਵਿੱਚ ਇਹ ਸਕੀਮ ਤੋਰੀ ਸੀ ਕਿ ਅਸੀਂ ਤੁਹਾਨੂੰ 5-5 ਮਰਲੇ ਦੇ ਪਲਾਟ ਦੇਵਾਂਗੇ। ਉਹ ਅੱਜ ਵੀ ਜਦੋਂ ਇਲੈਕਸ਼ਨ ਆਉਂਦੀ ਹੈ ਤਾਂ ਸਰਕਾਰ ਅਨਾਉਂਸ ਕਰ ਦਿੰਦੀ ਹੈ ਕਿ ਤੁਹਾਨੂੰ ਜਲਦੀ ਅਸੀਂ ਜਿਹੜੇ ਪਲਾਟ ਹੈ ਉਹ ਦੇ ਰਹੇ ਹੈਗੇ ਆ। ਪਰ ਹੁਣ ਤੱਕ ਜੇ ਆਪਾਂ 72 ਤੋਂ ਲੈ ਕੇ 2020 ਤੱਕ 21 ਤੱਕ ਦੀ ਗੱਲ ਕਰੀਏ ਤਾਂ 1 ਲੱਖ ਬੰਦਾ ਇਹਨਾਂ ਨੇ ਆਇਡੈਂਟੀਫਾਈ ਕੀਤਾ ਸੀ ਪਲਾਟ, ਜਿਹੜਾ ਪਲਾਟ ਦਿੱਤਾ ਹੈਗਾ। ਉਹਦੇ ਵਿੱਚੋਂ ਵੀ 20,000 ਨੂੰ ਹਜੇ ਜਿਹੜੇ ਕਬਜ਼ੇ ਦੇਣੇ ਰਹਿੰਦੇ ਨੇ, 80,000 ਨੂੰ ਕਬਜ਼ੇ ਮਿਲੇ ਨੇ। ਹਰ ਵਾਰ ਸਰਕਾਰਾਂ ਇਸ ਨਾਮ 'ਤੇ ਜਿਹੜੀ ਲੈ ਲੈਂਦੀਆਂ ਨੇ, ਵੋਟਾਂ ਲੈ ਲੈਂਦੀਆਂ ਨੇ। ਫਤਿਹਗੜ੍ਹ ਸਾਹਿਬ 'ਚ ਇੱਕ ਵਾਰੀ ਚਰਚਾ ਹੋਈ, ਇੱਕ ਪਿੰਡ ਦੇ ਵਿੱਚ ਉੱਥੇ ਸ਼ਮਸ਼ਾਨ ਘਾਟ ਸੀ, ਸ਼ਮਸ਼ਾਨ ਘਾਟ ਦੇ ਵਿੱਚ ਹੀ ਜਿਹੜੇ ਪਲਾਟ ਆ ਜਿਹੜੇ ਕੱਟ ਦਿੱਤੇ ਗਏ ਸੀ। ਇਸ ਤਰ੍ਹਾਂ ਵਜ਼ੀਫੇ ਦਾ ਇਸ਼ੂ ਹੁੰਦਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜੀ ਦਾ ਚਰਚਾ ਵੀ ਕਾਫੀ ਹੋਈ ਹੈ। ਇਹ ਵਜ਼ੀਫਾ ਸਕੀਮ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਬੰਦ ਪਈ ਸੀ। ਬੰਦ ਹੋਣ ਦਾ ਮਸਲਾ ਕੋਈ ਵੀ ਹੋਵੇ, ਪਰ 3 ਸਾਲਾਂ ਦੇ ਵਿੱਚ ਤਕਰੀਬਨ 1 ਲੱਖ ਵਿਦਿਆਰਥੀ ਹੈ ਜਿਹੜੇ ਉਹ ਇਸ ਤੋਂ ਵਾਂਝੇ ਰਹਿ ਗਿਆ। ਜੇ ਉਹਨਾਂ ਨੂੰ ਵਿੱਤੀ ਮਦਦ ਮਿਲਦੀ ਤਾਂ ਉਹਨਾਂ ਨੂੰ ਉਚੇਰੀ ਸਿੱਖਿਆ ਦੇ ਲਈ ਤਾਂ ਇਹ ਹੈਲਪਫੁਲ ਹੋਣੀ ਸੀ। ਪਰ ਹੁਣ ਜਦੋਂ ਚੋਣਾਂ ਆ ਗਈ ਤਾਂ ਸਰਕਾਰ ਨੇ, ਆਪਣੀ ਸਟੇਟ ਨੇ ਇੱਕ ਆਪਣੀ ਸਕੀਮ ਵੀ ਬਣਾ ਲਈ ਹੈਗੀ ਹੈ ਤੇ ਜਲਦੀ ਉਹ ਉਹਦੇ ਵਿੱਚ ਪੈਸੇ ਵੀ ਰੱਖ ਦਿੱਤੇ ਨਾਲੋਂ ਨਾਲ, ਕਿਉਂਕਿ ਕੇਵਲ ਵੋਟਾਂ ਵਾਲੇ ਵਰੇ ਦੇ ਵਿੱਚ ਹੁੰਦਾ ਹੈਗਾ। ਇਸ ਤਰ੍ਹਾਂ ਪੰਚਾਇਤੀ ਲੈਂਡ ਹੈ ਸਾਡੀ, ਪੰਚਾਇਤੀ ਲੈਂਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੀ ਸ਼ਾਮਲਾਟ ਦੀ ਜ਼ਮੀਨ ਜਿਹੜੀ ਬੋਲੀ ਤੇ ਦਿੱਤੀ ਜਾਂਦੀ ਹੈ, ਉਹ ਤੋਂ 1/3 ਹੈ ਜਿਹੜਾ ਉਹ ਮਜ਼ਦੂਰਾਂ ਨੂੰ ਦਿੱਤਾ ਹੁੰਦਾ ਹੈ, ਉਹ ਵੀ ਕਾਗਜ਼ਾਂ ਦੇ ਵਿੱਚ ਹੀ ਸਿਮਟ ਕੇ ਰਹਿ ਜਾਂਦਾ ਹੈ। ਸ਼ਗਨ ਸਕੀਮ ਹੈਗੀ ਹੈ 21,000 ਤੋਂ 51,000 ਸਰਕਾਰ ਨੇ ਹੁਣ ਕੀਤੀ ਹੈ, ਉਹ ਜਾ ਕੇ 5ਵੇਂ ਵਰ੍ਹੇ 'ਚ ਕੀਤੀ ਹੈ, ਉਹ ਵੀ ਜਿਹੜੀ ਜੁਲਾਈ ਦੇ ਵਿੱਚ ਜਾ ਕੇ ਲਾਗੂ ਹੋਣੀ ਹੈ। ਇਸ ਤਰ੍ਹਾਂ ਜਿੰਨੀਆਂ ਵੀ ਵੈਲਫੇਅਰ ਸਕੀਮਸ ਹੈਗੀਆਂ ਨੇ ਉਹਦੇ ਲਈ ਪੈਸਾ ਤਾਂ ਰੱਖਿਆ ਜਾਂਦਾ ਹੈਗਾ, ਪਰ ਪੈਸਾ ਰੱਖਿਆ ਕਦੋਂ ਜਾਂਦਾ ਹੈ ਕਿ ਜਦੋਂ ਚੋਣਾਂ ਵਾਲਾ ਸਾਲ ਹੁੰਦਾ ਹੈ। ਮਤਲਬ ਜਿਹੜੀ ਇੱਕ ਦੁੱਖਾਂ ਦੀ ਜੜ ਹੈਗੀ ਹੈ ਉਸ ਨੂੰ ਨਹੀਂ ਭਰਿਆ ਜਾਂਦਾ, ਉਸ ਨੂੰ ਨਹੀਂ ਕੱਟਿਆ ਜਾਂਦਾ। ਉੱਪਰ ਜਿਹੜੇ ਪੱਤੇ ਹੈ ਉਹਨਾਂ 'ਤੇ ਮੱਲਮ ਹੈ ਜਿਹੜੀ ਉਹ ਲਾ ਦਿੱਤੀ ਜਾਂਦੀ ਹੈ। ਚਰਨਜੀਤ ਜੀ, ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਦਲਿਤ ਵਰਗ ਨੂੰ ਜਿਹੜਾ ਹੈਗਾ ਸਿਰਫ ਵੋਟਾਂ ਤੱਕ ਹੀ ਦੇਖਦੀਆਂ ਨੇ। ਚੋਣਾਂ ਆਉਂਦੀਆਂ ਨੇ, ਵੱਡੇ ਵੱਡੇ ਵਾਅਦੇ ਕੀਤੇ ਨੇ ਜੋ ਕਿ ਕਦੇ ਪੂਰੇ ਹੁੰਦੇ ਦਿਖਾਈ ਨਹੀਂ ਦਿੱਤੇ ਜਾਂਦੇ। ਜੇਕਰ ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਸਮਾਜ ਲਈ ਜਿਹੜੇ ਹੈਗੇ ਜਿਹੜੇ ਵੀ ਫੰਡ ਖਰਚੇ ਨੇ ਹੁਣ ਤੱਕ ਦੇ ਉਹ ਗਿਣਾਉਣੇ ਸ਼ੁਰੂ ਕਰ ਦਿੱਤੇ ਨੇ। ਉਧਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਵੀ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਜਿਹੜਾ ਉਪ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਉਹ ਦਲਿਤ ਸਮਾਜ ਤੋਂ ਸੰਬੰਧ ਰੱਖਦਾ ਹੋਏਗਾ। ਇਹ ਸਭ ਨੂੰ ਜਿਹੜਾ ਹੈਗਾ ਤੁਸੀਂ ਕਿਵੇਂ ਦੇਖੋਗੇ ਕਿ ਰਾਜਨੀਤਿਕ ਪਾਰਟੀਆਂ ਸਿਰਫ ਦਲਿਤ ਵਰਗ ਨੂੰ ਜਿਹੜਾ ਹੈ ਵੋਟਾਂ ਤੱਕ ਹੀ ਰੱਖਦੀਆਂ ਨੇ, ਇਹਨੂੰ ਕਿਵੇਂ ਦੇਖਦੇ ਹੋ? ਵੈਸੇ ਤਾਂ ਇਕੱਲਾ ਪੰਜਾਬ ਨਹੀਂ ਹੈਗਾ, ਸਮੁੱਚੇ ਦੇਸ਼ ਦੇ ਵਿੱਚ ਹੀ ਜਿਹੜੀ ਭਾਜਪਾ ਸਰਕਾਰ ਹੈ ਜਾਂ BJP ਹੈ, ਇਹਨਾਂ ਨੇ ਹਿੰਦੂਆਂ ਤੋਂ ਬਾਅਦ ਜਿਹੜਾ ਟਾਰਗੇਟ ਕੀਤਾ ਉਹ ਦਲਿਤ ਨੂੰ ਕੀਤਾ ਹੈਗਾ। ਇਹਨਾਂ ਨੂੰ ਲੱਗਦਾ ਹੈਗਾ ਕਿ ਧਰੂਵੀਕਰਨ ਕੀਤਾ ਜਾ ਸਕਦਾ ਹੈ, ਇੱਕ ਮੈਚ ਕੀਤਾ ਹੈਗਾ ਕਿ ਹਿੰਦੂ ਪਲੱਸ ਦਲਿਤ। ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਹੁਣ ਜਦੋਂ ਪ੍ਰਚਾਰ ਕਰਨ ਜਾ ਰਹੇ ਨੇ ਉਹ 27% ਦਲਿਤਾਂ ਦੀ ਗੱਲ ਕਰਦੇ ਆ ਵੈਸਟ ਬੰਗਾਲ ਦੇ ਵਿੱਚ। ਅਮਿਤ ਸ਼ਾਹ ਦਲਿਤਾਂ ਦੇ ਘਰ ਖਾਣਾ ਖਾਣ ਜਾਂਦੇ ਨੇ, ਰਾਹੁਲ ਗਾਂਧੀ ਦਲਿਤ ਪਰਿਵਾਰਾਂ ਦੇ ਵਿੱਚ ਵਿਚਰਦੇ ਨੇ, ਉੱਥੇ ਰਾਤਾਂ ਕੱਟਦੇ ਨੇ, ਉਹਨਾਂ ਦੇ ਪਰਿਵਾਰ 'ਚ ਬੈਠਦੇ ਨੇ। ਇਵੇਂ ਜਿਵੇਂ ਸਾਡਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਉਪ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਉਹ ਰਾਖਵਾਂ ਕਰਤਾ ਦਲਿਤ ਲਈ। ਤਾਂ ਪਿਛਲੀ ਅਸੀਂ ਦੇਖੀਏ ਟਾਈਮ ਦੇ ਵਿੱਚ ਜਦੋਂ ਪਿੱਛੇ 2019 ਦੀਆਂ ਚੋਣਾਂ ਹੋਈਆਂ ਸੀ ਤਾਂ ਉਦੋਂ ਕਾਂਗਰਸ ਦਾ ਇੱਕ ਨੌਜਵਾਨ ਨੇਤਾ ਜਿਹੜਾ ਕੈਂਡੀਡੇਟ ਵੀ ਸੀ, ਉਹ ਬਠਿੰਡਾ ਦੇ ਵਿੱਚ ਇੱਕ ਗਰੀਬ ਦੇ ਘਰ ਰਾਤ ਕੱਟੀ ਸੀ ਉਹਨੇ ਝੁੱਗੀ ਝੋਪੜੀ 'ਚ। ਪਿੰਡ ਬਾਦਲ ਦੇ ਵਿੱਚ ਇੱਕ ਗਰੀਬ ਦੇ ਘਰ ਦੇ ਵਿੱਚ ਗਿਆ ਸੀ,
ਹੁਣ ਉਸ ਨੇਤਾ ਦੀ ਹਾਲਤ ਤਾਂ ਮੈਨੂੰ ਪਤਾ ਨਹੀਂ ਕਿੰਨੀ ਕੁ ਸੁਧਰੀ ਹੈ, ਪਰ ਇੰਨੀ ਮੈਨੂੰ ਗਰੰਟੀ ਹੈ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਠਹਿਰੇ ਸੀ ਨੇਤਾ ਲੋਕ, ਉਹਨਾਂ ਦੀ ਹਾਲਤ ਉਹੀ ਬਣੀ ਹੈ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਬਣੀ ਹੋਈ ਸੀ। ਤਾਂ ਤੁਹਾਡੀ ਗੱਲ ਠੀਕ ਹੈ ਕਿ ਬਿਲਕੁਲ ਇਸ ਨੂੰ ਇੱਕ ਵੋਟਾਂ ਤੱਕ ਜਿਹੜੇ ਦਲਿਤ ਵਰਗ ਨੂੰ ਸੀਮਤ ਰੱਖਿਆ ਜਾਂਦਾ। ਪੰਜਾਬ ਦੇ ਵਿੱਚ ਤਕਰੀਬਨ 35% ਹੈ ਜਿਹੜੀ ਉਹ ਸਾਡੀ ਆਬਾਦੀ ਹੈ, ਉਹ ਦਲਿਤ ਵਰਗ ਨਾਲ ਸੰਬੰਧਿਤ ਹੈ। ਤਾਂ ਲੋੜ ਤਾਂ ਇਹ ਹੈ ਕਿ ਇਹਨਾਂ ਲੋਕਾਂ ਨੂੰ ਕੋਈ ਚੰਗਾ ਰਾਜਾ ਮਿਲੇ, ਲੋਕ ਰਾਜ ਦਾ ਰਾਜਾ ਮਿਲੇ, ਜਮਹੂਰੀਅਤ ਦੀ ਨਵੀਂ ਰਾਣੀ ਮਿਲੇ, ਜਿਹੜੀ ਇਹਨਾਂ ਦੇ ਦੁੱਖਾਂ ਨੂੰ ਸਮਝ ਸਕੇ, ਇਹਨਾਂ ਦੇ ਦੁੱਖਾਂ ਨੂੰ ਅਪਣਾ ਸਕੇ, ਇਹਨਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਮੰਨੇ। ਮੈਂ ਆਪਣੀ ਗੱਲ ਲਾਸਟ ਇੱਕ ਜਿਹੜੀ ਲੇਡੀ ਗੋਡੀਵਾ ਬਰਤਾਨੀਆ ਦੀ ਸੀ ਉਹਦੀ ਗੱਲ ਸੁਣਾ ਕੇ ਖ਼ਤਮ ਕਰਾਂਗਾ। ਬਰਤਾਨੀਆ ਦੇ ਰਾਜੇ ਨੇ, ਸਦੀਆਂ ਪਹਿਲਾਂ ਦੀ ਗੱਲ ਹੈਗੀ, ਬਰਤਾਨੀਆ ਦੇ ਰਾਜੇ ਨੇ ਬਹੁਤ ਸਾਰੇ ਟੈਕਸਾਂ ਨਾਲ ਲੋਕਾਂ ਨੂੰ ਲੱਦ ਦਿੱਤਾ, ਨਵੇਂ ਟੈਕਸ ਲਾ ਦਿੱਤੇ, ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ। ਖਾਸ ਕਰਕੇ ਗਰੀਬ ਲੋਕ ਸਾਰੇ ਇਕੱਠੇ ਹੋਏ, ਇਕੱਠੇ ਹੋ ਕੇ ਉਹਨਾਂ ਨੇ ਬਾਦਸ਼ਾਹ ਦੇ ਮਹਿਲ 'ਚ ਜਾ ਕੇ ਪੁਕਾਰ ਕੀਤੀ ਕਿ ਸਾਨੂੰ ਬਚਾਓ ਜੀ, ਇਹਨਾਂ ਟੈਕਸਾਂ ਨੂੰ ਹਟਾਓ ਤੁਸੀਂ। ਤਾਂ ਰਾਜੇ ਨੇ ਇੱਕ ਬੜੀ ਅਜੀਬ ਸ਼ਰਤ ਰੱਖੀ। ਉਹਨੇ ਕਿਹਾ ਕਿ ਤੁਹਾਡੇ ਵਿੱਚੋਂ, ਤੁਹਾਡੇ ਪਰਿਵਾਰਾਂ 'ਚੋਂ ਇੱਕ ਔਰਤ ਹੈ ਜਿਹੜੀ ਉਹ ਨਗਨ ਅਵਸਥਾ ਦੇ ਵਿੱਚ ਪੂਰੇ ਸ਼ਹਿਰ ਦਾ ਚੱਕਰ ਲਾਏਗੀ, ਫਿਰ ਤੁਹਾਡੇ ਟੈਕਸਾਂ ਤੋਂ ਤੁਹਾਨੂੰ ਮੁਕਤੀ ਦਵਾ ਦਿੱਤੀ ਜਾਏਗੀ, ਮਾਫ ਕਰ ਦਿੱਤੇ ਜਾਣਗੇ। ਤਾਂ ਲੋਕ ਨਿਰਾਸ਼ ਹੋ ਕੇ ਮਹਿਲਾਂ ਤੋਂ ਵਾਪਸ ਨਾ ਆਏ। ਉਹ ਇਕੱਠੇ ਹੋ ਕੇ ਰਾਣੀ ਕੋਲੇ ਗਏ, ਮਹਿਲਾਂ ਦੀ ਰਾਣੀ ਕੋਲ ਗਏ। ਉਹ ਰਾਣੀ ਨੂੰ, ਜਿਹੜੀ ਲੇਡੀ ਗੋਡੀਵਾ ਕਹਿੰਦੇ ਹਾਂ ਅਸੀਂ, ਉਹਨੂੰ ਪੁਕਾਰ ਕੀਤੀ ਕਿ ਮਹਾਰਾਜੇ ਨੇ ਇਹ ਸ਼ਰਤ ਰੱਖੀ ਹੈ ਕਿ ਤੁਹਾਡੇ ਪਰਿਵਾਰ ਦੀ ਔਰਤ ਨਗਨ ਅਵਸਥਾ ਦੇ ਵਿੱਚ ਇੱਕ ਸ਼ਹਿਰ ਦਾ ਗੇੜਾ ਲਾਵੇ। ਤਾਂ ਉਸੇ ਟਾਈਮ ਉਹ ਰਾਣੀ, ਉਹਨੇ ਆਪਣਾ ਵਸਤਰ ਉਤਾਰੇ ਰਾਣੀ ਨੇ, ਔਰ ਘੋੜੇ 'ਤੇ ਸਵਾਰ ਹੋਈ, ਪੂਰੇ ਸ਼ਹਿਰ ਦਾ ਗੇੜਾ ਲਾ ਕੇ ਆਈ। ਅਤੇ ਆ ਕੇ ਉਹਨੇ ਬਾਦਸ਼ਾਹ ਨੂੰ ਕਿਹਾ ਕਿ ਮੈਂ ਤੁਹਾਡੀ ਸ਼ਰਤ ਪੂਰੀ ਕਰ ਦਿੱਤੀ ਹੈ, ਹੁਣ ਤੁਸੀਂ ਇਹਨਾਂ ਲੋਕਾਂ ਦੀ ਮੰਗ ਪੂਰੀ ਕਰੋ। ਤਾਂ ਸਾਡੇ ਵੀ ਲੋਕ ਰਾਜ ਨੂੰ ਇਸ ਤਰ੍ਹਾਂ ਦੀ ਜਿਹੜੀ ਲੇਡੀ ਗੋਡੀਵਾ ਹੈ, ਇਸ ਕਿਸਮ ਦੇ ਲੋਕਾਂ ਦੀ ਜ਼ਰੂਰਤ ਹੈ। ਤਾਂ ਹੀ ਜਿਹੜੇ ਡਾਕਟਰ ਅੰਬੇਦਕਰ ਦੇ ਜਿਹੜੇ ਸੁਪਨੇ ਹੈ ਜਾਂ ਉਹਨਾਂ ਦੀ ਟੀਚਿੰਗ ਹੈ ਉਹ ਪੂਰੇ ਹੋ ਸਕਦੇ ਨੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।